किसान भावें पंजाब दा होवे जां फिर देश दे किसी भी सूबे दा, पंजाब तो बाहर देश के किसी भी सूबे दा होवे, मुसीबतां उसदे पैर पैर ते खड़ियां रहिंदियां ने, पैर पैर ते धोखा ही सामने आउंदा है। ਅੱਜ ਦੀ ਖਾਸ ਖਬਰ ਦੇ ਵਿੱਚ ਅਸੀਂ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਾਂਗੇ ਜਿਹੜੇ ਕਿ ਖੇਤੀਬਾੜੀ ਮੰਤਰੀ ਤੋਂ ਨਾਰਾਜ਼ ਨਜ਼ਰ ਆ ਰਹੇ ਨੇ। ਇੱਕ ਤਾਂ ਚਿੱਟੀ ਮੱਖੀ ਦੇ ਕਰਕੇ ਨਰਮੇ ਦੀ ਫਸਲ ਦਾ ਐਤਕੀ ਫੇਰ ਨੁਕਸਾਨ ਹੋਇਆ, ਉੱਤੋਂ ਮੀਂਹ ਨੇ ਹੋਰ ਨਰਮੇ ਦੀ ਫਸਲ ਤਬਾਹੀ ਦੇ ਕੰਢੇ ਲਿਆ ਦਿੱਤੀ ਤੇ ਕਿਸਾਨਾਂ ਨੂੰ ਰੋਸਾ ਇਸ ਗੱਲ ਦਾ ਹੈ ਕਿ ਖੇਤੀਬਾੜੀ ਮੰਤਰੀ 12 ਜੁਲਾਈ ਨੂੰ ਕੱਲੇ ਬਠਿੰਡਾ ਜ਼ਿਲ੍ਹੇ ਦਾ ਦੌਰਾ ਕਰਕੇ ਮੁੜ ਗਏ। 28 ਜੁਲਾਈ ਨੂੰ ਫੇਰ ਆਉਣ ਦਾ ਉਹਨਾਂ ਨੇ ਵਾਅਦਾ ਕੀਤਾ ਸੀ, ਪਰ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੁੜ ਨਰਮਾ ਪੱਟੀ ਦਾ ਗੇੜਾ ਹੀ ਨਹੀਂ ਮਾਰਿਆ। किसान कहते हैं कि मंत्री जी ने वादा किया सी कि फौरी हैल्पलाइन भी जिहड़ी है बनाई जाएगी, हैल्पलाइन नंबर भी जारी किया जाएगा अते जिहड़ा गुजराती बीज धड़ाधड़ किसानां नूं धोखे दे नाल वेचिया गया उसदी भी जांच की जाऊगी, पर किसानां नूं हाले भी उड़ीक है। 12 जुलाई नूं गए सी ते 19 अगस्त हो चुकी है, यानी कि महीने तो भी वध समा टप चुकिया है, ना हैल्पलाइन बनी है ना ही गुजराती बीज की जांच हुई है। इस करके किसानां दा जिहड़ा हैगा नाराज होना लाजमी है। ਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜਦੋਂ ਗਏ ਸੀ ਨਰਮਾ ਪੱਟੀ ਦਾ ਦੌਰਾ ਕਰਨ ਦੇ ਲਈ, ਉਹਨਾਂ ਦੇ ਨਾਲ ਵਿਭਾਗੀ ਅਧਿਕਾਰੀਆਂ ਦੀ ਟੀਮ ਵੀ ਗਈ ਹੋਈ ਸੀ। ਉਸ ਤੋਂ ਬਾਅਦ 2-3 ਦਿਨ ਤਾਂ ਮਹਿਕਮਾ ਬੜੀ ਹਰਕਤ ਦੇ ਵਿੱਚ ਰਿਹਾ, ਪਰ ਉਸ ਤੋਂ ਬਾਅਦ ਫਿਰ ਖਾਮੋਸ਼ੀ ਛਾਈ ਹੋਈ ਹੈ। ਮੰਤਰੀ ਜੀ ਨੇ ਉੱਥੇ ਜਾ ਕੇ ਕੀ ਕਿਹਾ ਸੀ ਉਹ ਤੁਹਾਨੂੰ ਸੁਣਾ ਦਿੰਨੇ ਆ। ਜਿਹੜਾ ਅਸੀਂ ਫੈਸਲਾ ਕੀਤਾ ਕਿ ਹੁਣ ਪੰਜਾਬ ਦੇ ਵਿੱਚ ਨਕਲੀ ਦਵਾਈਆਂ, ਨਕਲੀ ਖਾਦਾਂ, ਨਕਲੀ ਬੀਜ ਤੇ ਨਕਲੀ ਜਿਪਸਮ ਇਹਨਾਂ ਚੀਜ਼ਾਂ ਦੀ ਵਿਕਰੀ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦਿਆਂਗੇ, ਭਾਵੇਂ ਜੋ ਮਰਜ਼ੀ ਕਰਨਾ ਪੈ ਜਾਏ। ਪੰਜਾਬ ਦੇ ਅੰਦਰ ਨਕਲੀ ਦਵਾਈਆਂ ਝੋਨੇ ਲਈ, ਕਣਕਾਂ ਲਈ, ਦੂਸਰੀਆਂ ਫਸਲਾਂ ਲਈ ਜਿਹੜੀਆਂ ਹੁਣ ਤੱਕ ਵਿਕਦੀਆਂ ਰਹੀਆਂ ਸਿੱਧੇ ਜਾਂ ਸਿੱਧੇ ਢੰਗ ਦੇ ਨਾਲ ਇਹਨੂੰ ਬੰਦ ਕਰਾਂਗੇ। ਔਰ ਪੰਜਾਬ ਦੀ ਧਰਤੀ ਦੇ ਉੱਤੇ ਇਹਨਾਂ ਦਵਾਈਆਂ ਨੇ ਅੱਗੇ ਪੰਜਾਬ ਦੇ ਅੰਦਰ ਕੈਂਸਰ ਜਿਹੜੀ ਹੈ ਉਹਨੂੰ ਬਹੁਤ ਵੱਡਾ ਬੜਾਵਾ ਦਿੱਤਾ। ਇਸ ਕਰਕੇ ਸਾਰੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪੋ ਆਪਣੇ ਜ਼ਿਲ੍ਹਿਆਂ 'ਚ, ਆਪੋ ਆਪਣੇ ਬਲਾਕਾਂ ਦੇ ਵਿੱਚ इस गल का ख्याल रखन कि किसी किस्म की कोई नकली दवाई, नकली खाद, नकली बीज और जिप्सम सर अज तो समझ लो कि वो बंद हो जाऊगी। असी पंजाब च किते नहीं विकन देंगे, एक दे फैसला किया। सो खेतीबाड़ी मंत्री नूं तां तुसीं सुन ही लिया होना। ਅਸੀਂ ਵੀ ਜ਼ਰੂਰ ਅਪੀਲ ਕਰਾਂਗੇ ਮੰਤਰੀ ਸਾਹਿਬ ਨੂੰ, ਕਿਉਂਕਿ ਉਹਨਾਂ ਦੇ ਕੋਲ ਹੋਰ ਵੀ ਬਹੁਤ ਸਾਰੇ ਕੰਮ ਰਹਿੰਦੇ ਨੇ, ਕਿਉਂਕਿ ਪੰਚਾਇਤੀ ਜ਼ਮੀਨਾਂ ਜਿਹੜੀਆਂ ਦੱਬੀਆਂ ਗਈਆਂ ਨੇ ਗੈਰ ਕਾਨੂੰਨੀ ਤਰੀਕੇ ਨਾਲ, ਉਹਨਾਂ ਨੂੰ ਛੁਡਾਉਣ ਦਾ ਜ਼ਿੰਮਾ ਵੀ ਉਹਨਾਂ ਨੇ ਆਪਣੇ ਸਿਰ ਤੇ ਲਿਆ ਹੋਇਆ ਤੇ ਮਹਿਕਮੇ ਦੇ ਵਿੱਚ ਹੋਰ ਵੀ ਬਹੁਤ ਸਾਰੇ ਕੰਮ ਹੁੰਦੇ ਨੇ। ਪਰ ਫਿਰ ਵੀ ਮੰਤਰੀ ਜੀ ਨੂੰ ਜ਼ਰੂਰ ਕਿਸਾਨਾਂ ਦਾ ਰੋਸਾ ਜਾ ਕੇ ਉੱਥੇ ਜ਼ਰੂਰ ਦੂਰ ਕਰਨਾ ਚਾਹੀਦਾ, ਕਿਉਂਕਿ ਕਿਸਾਨਾਂ ਨੂੰ ਪਿਛਲੇ ਸਾਲ ਗੁਲਾਬੀ ਸੁੰਡੀ ਦੀ ਮਾਰ ਨੇ ਬੁਰੀ ਤਰ੍ਹਾਂ ਝੰਬ ਦਿੱਤਾ ਸੀ। ਫਿਰ ਕਣਕ ਦਾ ਦਾਣਾ ਐਤਕੀ ਸੁੰਗੜ ਗਿਆ, ਕਿਸਾਨਾਂ ਨੇ ਘਾਟੇ ਦੀ ਮਾਰ एकदम फिर मीह बहुत पिया जिसने हजारां एकड़ झोना डोब के रख दिता ते किसानां दा लक है जिहड़ा ओह इन्हां मुसीबतां करके दूरा होया पिया। हुण नरमे नूं गुलाबी सुंडी ते चिट्टी मक्खी ने बर्बाद करना शुरू कर दिता है। किसान दे दुख दी कोई थां नहीं रही। कुदरत दी मार नूं तां किसान रब दा भाणा मिठा करके मन लैंदा है, पर जे ओहदी जेब ही वढ लई जावे तां किसान दा दुख नहीं जरिया जांदा। इह पहली वारी नहीं है जदों वपारी किसान नूं नकली बीज ते मियाद पुगा चुकी कीटनाशक दवाई वेच गया। ਪਹਿਲਾਂ ਵੀ ਇਹ ਜਿਹੜੀਆਂ ਕੰਪਨੀਆਂ ਨੇ, ਲੋਟੂ ਕੰਪਨੀਆਂ ਕਿਸਾਨਾਂ ਨੂੰ ਲੁੱਟਣ ਤੇ ਲੱਗੀਆਂ ਹੀ ਰਹਿੰਦੀਆਂ ਨੇ। ਸਿਤਮ ਤਾਂ ਉਦੋਂ ਹੋਇਆ ਜਦੋਂ ਪਿਛਲੀ ਸਾਉਣੀ ਦੀ ਫਸਲ ਵੇਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੱਲੋਂ ਤਿਆਰ ਝੋਨੇ ਦੀ ਸਿੱਧੀ ਬਿਜਾਈ ਵਾਲਾ ਬੀਜ ਵੀ ਨਕਲੀ ਨਿਕਲਿਆ ਸੀ। ਇਸ ਤੋਂ ਵੱਡੀ ਕਹਿਰ ਭਰੀ ਗੱਲ ਹੋਰ ਕੀ ਹੋ ਸਕਦੀ ਹੈ। ਤੇ ਨਕਲੀ ਬੀਜ ਦਾ ਤੁਹਾਨੂੰ ਪਤਾ ਹੀ ਹੈ ਕਿ ਜੇ ਨਕਲੀ ਬੀਜ ਕਿਸੇ ਵੀ ਚੀਜ਼ ਦਾ ਜਿਹੜਾ ਮਾੜਾ ਬੀਜ ਤੁਸੀਂ ਬੀਜੋਗੇ ਤਾਂ ਉਸ ਦਾ ਫਲ ਵੀ ਮਾੜਾ ਹੀ ਨਿਕਲੂਗਾ। ਜੇ ਤੁਹਾਨੂੰ ਨਕਲੀ ਬੀਜ ਦਿੱਤਾ ਜਾਊਗਾ, ਨਕਲੀ ਕੀਟਨਾਸ਼ਕ ਦਵਾਈਆਂ ਦਿੱਤੀਆਂ ਜਾਣਗੀਆਂ ਤਾਂ ਉਹਨਾਂ ਨੂੰ ਆਪਣੇ ਅੰਦਰ ਦੱਬ ਕੇ ਧਰਤੀ ਕਦੇ ਵੀ ਉਹਦੇ ਅੰਦਰੋਂ ਸਹੀ ਚੀਜ਼ ਨਹੀਂ ਉਗਾਵੇਗੀ। ਨਰਮਾ ਤਾਂ ਜ਼ਰੂਰ ਉੱਗੂਗਾ ਜੇ ਨਰਮੇ ਦਾ ਬੀਜ ਬੀਜਿਆ ਹੈ, ਭਾਵੇਂ ਨਕਲੀ ਬੀਜਿਆ ਹੋਵੇ, ਪਰ ਉਸ ਨਰਮੇ ਦੇ ਜਿਹੜਾ ਬੂਟੇ ਨੂੰ ਉਹ ਫਲ ਨਹੀਂ ਲੱਗੂਗਾ ਜਿਹੜਾ ਕਿ ਅਸਲੀ ਬੀਜ ਦੇ ਨਾਲ ਲੱਗਣਾ ਹੁੰਦਾ, ਉਹ ਝਾੜ ਨਹੀਂ ਨਿਕਲਦਾ। ਤੇ ਜਦੋਂ ਅਜਿਹੇ ਨਕਲੀ ਬੀਜ ਬੀਜੇ ਜਾਂਦੇ ਨੇ ਕਿਸੇ ਵੀ ਫਸਲ ਦੇ ਤਾਂ ਫਿਰ ਉਹ ਗੁਲਾਬੀ ਸੁੰਡੀ ਵਰਗੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਲੈ ਕੇ ਹੀ ਪੈਦਾ ਹੁੰਦੇ ਨੇ। ਮੀਡੀਆ ਰਿਪੋਰਟਾਂ ਦੇ ਮੁਤਾਬਿਕ ਐਤਕੀ ਬੀਜ ਘੁਟਾਲੇ ਦੇ ਵਿੱਚ ਕਿਸਾਨਾਂ ਦੇ ਨਾਲ 37 ਕਰੋੜ ਦੀ ਠੱਗੀ ਵੱਜੀ ਹੈ। ਕਿਸਾਨਾਂ ਨੂੰ ਗੁਲਾਬੀ ਸੁੰਡੀ ਦਾ ਹਮਲਾ ਨਾ ਹੋਣ ਦੀ ਗਾਰੰਟੀ ਦੇ ਕੇ ਗੁਜਰਾਤ ਦੇ ਬ੍ਰਾਂਡ
ਦੀ ਘਟੀਆ BT ਕਾਟਨ ਬੀਜ ਨੂੰ ਵੇਚ ਦਿੱਤਾ ਗਿਆ। ਦੈਨਿਕ ਭਾਸਕਰ ਦੀ ਰਿਪੋਰਟ ਦੇ ਮੁਤਾਬਿਕ ਪੰਜਾਬ ਦੇ 20 ਤੋਂ 30 ਏਜੰਟਾਂ ਨੇ ਗੁਜਰਾਤ ਦੀ ਕੰਪਨੀ ਪਿੰਕ 734G, ਰੌਣਕ 4G ਅਤੇ ਪਿੰਕ ਪੈਂਥਰ 3 ਦੇ ਨਾਂ ਤੇ 10,000 ਕਿਸਾਨਾਂ ਨੂੰ ਰਗੜਾ ਲਾਇਆ। ਇਹ ਸਾਰਾ ਗੁਜਰਾਤ ਦੇ ਏਜੰਟਾਂ ਦੀ ਮਿਲੀ ਭੁਗਤ ਦੇ ਨਾਲ ਚੱਲਿਆ। ਪਰ ਇੱਥੇ ਹੀ ਬਸ ਨਹੀਂ ਹੋਈ। ਨਰਮੇ ਦੀ ਸੁੰਡੀ ਦਾ ਹਮਲਾ ਹੋਇਆ ਤਾਂ ਕਿਸਾਨ ਨੇ ਹਰ ਦਿਨ ਹਜ਼ਾਰਾਂ ਰੁਪਏ ਦੀ ਕੀਟਨਾਸ਼ਕ ਦਵਾਈ ਦਾ ਛਿੜਕਾਅ ਕੀਤਾ, ਪਰ ਉਹ ਵੀ ਮਿਆਦ ਪੁੱਗੀ ਹੋਈ ਨਿਕਲੀ। ਕਿਸਾਨ ਨਾਲ ਪੈਰ ਤੇ ਧੋਖਾ ਕਹੀਏ ਨਾ ਤਾਂ ਕਿਉਂ ਨਾ ਕਹੀਏ। ਇਹ ਖੁਲਾਸਾ ਖੇਤੀਬਾੜੀ ਵਿਭਾਗ ਦੀ ਟੀਮ ਨੇ ਦੁਕਾਨਾਂ ਉੱਤੇ ਛਾਪੇ ਮਾਰਨ ਤੋਂ ਬਾਅਦ ਕੀਤਾ। ਹੈਰਾਨੀ ਦੀ ਗੱਲ ਇਹ ਹੈ ਕਿ ਵਪਾਰੀਆਂ ਨੇ ਸਰਕਾਰ ਦੀਆਂ ਅੱਖਾਂ ਦੇ ਸਾਹਮਣੇ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਸ਼ਰੇਆਮ ਸਟਾਰ ਲਾ ਕੇ ਨਕਲੀ ਬੀਜ ਬੀਜਿਆ। ਖੇਤੀਬਾੜੀ ਯੂਨੀਵਰਸਿਟੀ ਦਾ BT ਕਾਟਨ ਬੀਜ 760 ਰੁਪਏ ਕਿਲੋ ਮਿਲ ਰਿਹਾ ਸੀ, ਪਰ ਕਿਸਾਨਾਂ ਨੇ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਤੋਂ ਬਚਾਅ ਵਾਲਾ ਬੀਜ 1300 ਤੋਂ ਲੈ ਕੇ 1500 ਰੁਪਏ ਕਿਲੋ ਨੂੰ ਮੁੱਲ ਲੈ ਕੇ ਬੀਜਿਆ। ਉਸ ਤੋਂ ਵੀ ਵੱਧ ਹੈਰਾਨੀ ਦੀ ਗੱਲ ਇਹ ਹੈ ਕਿ ਯੂਨੀਵਰਸਿਟੀ ਦੇ ਬੀਜ ਨਾਲੋਂ ਵਪਾਰੀਆਂ ਵੱਲੋਂ ਵੇਚੇ ਬੀਜ ਵਾਲੀ ਫਸਲ ਨੂੰ ਗੁਲਾਬੀ ਸੁੰਡੀ ਨੇ ਵੱਧ ਬਰਬਾਦ ਕੀਤਾ ਹੈ। ਖੇਤੀਬਾੜੀ ਵਿਭਾਗ ਦੀਆਂ 230 ਟੀਮਾਂ ਦੇ ਵੱਲੋਂ 3 ਦਿਨਾਂ ਦੇ ਵਿੱਚ 757 ਥਾਵਾਂ ਤੇ ਛਾਪੇ ਮਾਰੇ ਗਏ, ਪਰ ਹਾਲੇ ਤੱਕ ਬੀਜ ਘੁਟਾਲੇ ਦੇ ਮਾਫੀਏ ਦਾ ਪਤਾ ਹੀ ਨਹੀਂ ਲੱਗ ਸਕਿਆ। ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ 250 ਦੇ ਕਰੀਬ ਥਾਵਾਂ ਤੇ ਛਾਪੇਮਾਰੀ ਕੀਤੀ ਹੋਵੇ, ਪਰ ਹਾਲੇ ਤੱਕ ਵੀ ਜੜ ਤੱਕ ਨਹੀਂ ਪਹੁੰਚ ਸਕੀਆਂ ਟੀਮਾਂ ਕਿ ਆਖਿਰਕਾਰ ਕਿਸ ਨੇ ਪੰਜਾਬ ਦੀ ਜਿਹੜੀ ਉਪਜਾਊ ਮਿੱਟੀ ਹੈ ਉਸ ਦੇ ਵਿੱਚ ਨਕਲੀ ਬੀਜ ਬੀਜਣ ਦੀ ਜਿਹੜੀ ਗੰਦੀ ਖੇਡ ਖੇਡੀ ਹੈ। ਇੰਨੀ ਵੱਡੀ ਪੱਧਰ ਉੱਤੇ ਬੀਜ ਬਿਨਾਂ ਮਨਜ਼ੂਰੀ ਕੌਣ ਤੇ ਕਿਵੇਂ ਵੇਚ ਗਿਆ, ਇਹ ਉਸ ਤੋਂ ਵੀ ਵੱਡਾ ਸਵਾਲ ਹੈ। ਕਿਹਦੀ ਮਿਲੀ ਭੁਗਤ ਸੀ, ਇਹ ਉਸ ਤੋਂ ਵੀ ਵੱਡਾ ਸਵਾਲ ਹੈ। ਦੂਸਰੇ ਪਾਸੇ ਖੇਤੀਬਾੜੀ ਵਿਭਾਗ ਨੇ 2500 ਲੀਟਰ ਮਿਆਦ ਪੁਗਾ ਚੁੱਕੀ ਕੀਟਨਾਸ਼ਕ ਦਵਾਈ ਵੀ ਜ਼ਬਤ ਕੀਤੀ ਹੈ। ਵਿਭਾਗ ਨੇ 3 ਫਰਮਾਂ ਦੀ ਵਿਕਰੀ ਤੇ ਰੋਕ ਲਾ ਦਿੱਤੀ ਹੈ। ਖੇਤੀਬਾੜੀ ਵਿਭਾਗ ਦੇ ਇੱਕ ਅਧਿਕਾਰੀ ਗੁਰਜੀਤ ਸਿੰਘ ਦੇ ਮੁਤਾਬਿਕ 40,000 ਏਕੜ ਦੇ ਵਿੱਚ ਗੁਜਰਾਤ ਦਾ ਬੀਜ ਬੀਜਿਆ ਗਿਆ ਹੈ, ਉਹ ਵੀ ਦੁੱਗਣੇ ਭਾਅ ਤੇ ਖਰੀਦ ਕੇ। ਕਿਸਾਨ ਨੇ ਇਹ ਬੀਜ ਸਿੱਧਾ ਸਟਾਲਾਂ ਤੋਂ ਖਰੀਦਿਆ। ਵਪਾਰੀਆਂ ਨੇ ਕਿਸਾਨ ਕੋਲ ਇਹ ਦਾਅਵਾ ਕਰਕੇ ਬੀਜ ਵੇਚਿਆ ਸੀ ਕਿ ਇਸ ਨੂੰ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੀ ਮਾਰ ਨਹੀਂ ਪੈਂਦੀ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮਾਲਵੇ ਦਾ ਗੇੜਾ ਕੱਢ ਕੇ ਆਏ ਨੇ। ਉਹਨਾਂ ਨੂੰ ਨਕਲੀ ਬੀਜ ਤੇ ਐਕਸਪਾਇਰ ਦਵਾਈ ਵੇਚਣ ਦੀ ਭਿਣਕ ਨਹੀਂ ਪਈ ਜਾਂ ਫਿਰ ਉਹਨਾਂ ਨੇ ਅੱਖਾਂ ਬੰਦ ਕਰੀ ਰੱਖੀਆਂ, ਇਹ ਵੀ ਇੱਕ ਸਵਾਲ ਹੈ। ਹਾਲਾਂਕਿ ਉਹਨਾਂ ਨੇ ਜਾਂਚ ਦੇ ਹੁਕਮ ਨਾਲੋਂ ਨਾਲ ਦੇ ਦਿੱਤੇ ਸੀ। ਉਹਨਾਂ ਨੇ ਦਾਅਵਾ ਕੀਤਾ ਸੀ ਕਿ ਜਿਨ੍ਹਾਂ ਨੇ ਨਕਲੀ ਬੀਜ ਬੀਜਣ ਦਾ ਇਹ ਖੇਡ ਖੇਡਿਆ ਹੈ, ਕਿਸਾਨਾਂ ਦੇ ਨਾਲ, ਕਿਸਾਨਾਂ ਨੂੰ ਆਰਥਿਕ ਤੌਰ ਤੇ ਸੱਟ ਮਾਰੀ ਹੈ, ਨਾਲ ਹੀ ਫਸਲਾਂ ਬਰਬਾਦ ਕੀਤੀਆਂ ਨੇ, ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ। ਪਰ ਉਹਨਾਂ ਨੂੰ ਲੱਭੂਗਾ ਕੌਣ, ਇਹ ਵੀ ਸਵਾਲ ਹੈ। ਦੂਜੇ ਪਾਸੇ ਖੇਤੀਬਾੜੀ ਮੰਤਰੀ ਨੇ ਪਿਛਲੇ ਦਿਨੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਇੱਕ ਮੀਟਿੰਗ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਦੇ ਗੰਭੀਰ ਸੰਕਟ ਵਿੱਚੋਂ ਕੱਢਣ ਤੇ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕਿਹਾ ਹੈ। ਉਹਨਾਂ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਦਫ਼ਤਰਾਂ ਚੋਂ ਬਾਹਰ ਨਿਕਲ ਕੇ ਜ਼ਮੀਨੀ ਪੱਧਰ ਉੱਤੇ ਸਹੀ ਤਰੀਕੇ ਦੇ ਨਾਲ ਖੇਤਾਂ ਵਿੱਚ ਜਾ ਕੇ ਖੜਨ। ਉਹਨਾਂ ਨੇ ਨਕਲੀ ਬੀਜ, ਐਕਸਪਾਇਰ ਕੀਟਨਾਸ਼ਕ ਦਵਾਈਆਂ ਦੀ ਵਿਕਰੀ ਨੂੰ ਲੈ ਕੇ ਵਿਭਾਗ ਦੇ ਅਧਿਕਾਰੀਆਂ ਨੂੰ ਤਾੜਿਆ ਵੀ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਮੰਨਦੇ ਨੇ ਕਿ ਨਕਲੀ ਬੀਜ ਤੇ ਕੀਟਨਾਸ਼ਕ ਦਵਾਈਆਂ ਵੇਚਣ ਵਾਲਿਆਂ ਖਿਲਾਫ ਕਾਰਵਾਈ ਨੂੰ ਲੈ ਕੇ ਕੋਈ ਸਖਤ ਕਾਨੂੰਨ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਧੋਖਾ ਕਰਕੇ ਵਪਾਰੀਆਂ ਨੂੰ ਵੱਧ ਸਜ਼ਾ ਅਤੇ ਜੁਰਮਾਨੇ ਦਾ ਪ੍ਰਸਤਾਵ ਤਿਆਰ ਕਰ ਰਹੀ ਹੈ। ਪਰ ਸਾਡੇ ਮਨਾਂ ਦੇ ਵਿੱਚ ਵਾਰੀ-ਵਾਰੀ ਇਹੀ ਸਵਾਲ ਉੱਠ ਰਿਹਾ ਹੈ ਕਿ ਪੰਜਾਬ ਦੇ ਵਿੱਚ ਨਕਲੀ ਬੀਜ, ਖਾਦ ਅਤੇ ਕੀਟਨਾਸ਼ਕ ਦਵਾਈਆਂ ਦਾ ਧੰਦਾ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਆਖਿਰਕਾਰ ਕਿਵੇਂ ਚੱਲ ਰਿਹਾ ਸੀ। ਕਿਉਂਕਿ ਕਿਸੇ ਵੀ ਸ਼ਹਿਰ ਦੇ ਵਿੱਚ ਜਾਂ ਫਿਰ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਕੀਟਨਾਸ਼ਕ ਦਵਾਈਆਂ ਵੇਚਣ ਵਾਲੀਆਂ ਕੰਪਨੀਆਂ ਹੁੰਦੀਆਂ ਨੇ ਜਾਂ ਫਿਰ ਦੁਕਾਨਾਂ ਹੁੰਦੀਆਂ ਨੇ ਜਾਂ ਫਿਰ ਬੀਜ ਵੇਚਦੇ ਨੇ ਤੇ ਖਾਦਾਂ ਵੇਚਦੇ ਨੇ, ਉਹ ਖੇਤੀਬਾੜੀ ਮਹਿਕਮੇ ਦੀ ਨਜ਼ਰ ਦੇ ਵਿੱਚ ਹੀ ਨਾ ਆਉਣ, ਇਹ ਤਾਂ ਹੋ ਹੀ ਨਹੀਂ ਸਕਦਾ। ਤੇ ਇਸ ਤੋਂ ਪਹਿਲਾਂ ਵੀ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਜਾਲੀ ਬੀਜਾਂ ਤੇ ਦਵਾਈਆਂ ਦੀ ਵਿਕਰੀ ਦੇ ਵਿੱਚ ਮਿਲੀਭੁਗਤ ਦੇ ਦੋਸ਼ਾਂ ਹੇਠ ਜੇਲ੍ਹ ਦੀ ਹਵਾ ਖਾ ਚੁੱਕੇ ਨੇ। ਸਾਰੇ ਨਹੀਂ, ਕੁਝ ਅਧਿਕਾਰੀ ਜਿਨ੍ਹਾਂ ਦੀ ਨੀਅਤ ਮਾੜੀ ਹੁੰਦੀ ਹੈ। ਇੱਥੋਂ ਤੱਕ ਇਸ ਗੋਰਖ ਧੰਦੇ ਦੇ ਵਿੱਚ 2 ਮੰਤਰੀਆਂ ਦਾ ਨਾਂ ਵੀ ਬੋਲਦਾ ਰਿਹਾ ਹੈ। ਹੁਣ ਜਦੋਂ ਨਕਲੀ ਬੀਜਾਂ ਤੇ ਦਵਾਈਆਂ ਵੇਚਣ ਦਾ ਮਾਮਲਾ ਚਿੱਟੇ ਦਿਨ ਵਾਂਗੂ ਸਾਹਮਣੇ ਆ ਚੁੱਕਿਆ ਤਾਂ ਫਿਰ ਸਰਕਾਰ ਨੂੰ ਮਿਸਾਲੀ ਸਜ਼ਾ ਦੇ ਕੇ ਹੋਰਾਂ ਨੂੰ ਕੰਨ ਕਰ ਦੇਣੇ ਚਾਹੀਦੇ ਨੇ। ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਇਹੀ ਉਮੀਦ ਹੈ। ਹੁਣ ਰੋਜ਼ਾਨਾ ਇੱਕ ਅੱਧੇ ਘੁਟਾਲੇ ਦਾ ਪਰਦਾਫਾਸ਼ ਹੋ ਜਾਂਦਾ ਹੈ ਤੇ ਉਸ ਘੁਟਾਲੇ ਦੀ ਜਾਂਚ ਦੇ ਹੁਕਮ ਵੀ ਨਾਲੋਂ ਨਾਲ ਸਰਕਾਰ ਦੇ ਰਹੀ ਹੈ। ਤਾਂ ਆਸ ਕਰਦੇ ਨੇ, ਕਿਸਾਨ ਵੀ ਆਸ ਕਰਦੇ ਨੇ ਕਿ ਇਹ ਜਿਹੜਾ ਧੰਦਾ ਚੱਲ ਰਿਹਾ ਹੈ, ਗੋਰਖ ਧੰਦਾ, ਨਕਲੀ ਬੀਜਾਂ, ਦਵਾਈਆਂ ਤੇ ਖਾਦਾਂ ਦਾ, ਇਸ ਦੀ ਜੜ ਵੀ ਸਰਕਾਰ ਲੱਭ ਕੇ ਲਿਆਉਣ ਵਿੱਚ ਕਾਮਯਾਬ ਹੋ ਜਾਏਗੀ ਅਤੇ ਦੋਸ਼ੀਆਂ ਨੂੰ ਸਜ਼ਾ ਵੀ ਦੇਵੇਗੀ। ਤਾਂ ਹੀ ਕਿਸਾਨਾਂ ਨੂੰ ਥੋੜੀ ਰਾਹਤ ਮਿਲੇਗੀ। ਪ੍ਰਾਈਮ ਟਾਈਮ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।